TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। 9/11 ਦੀ 20ਵੀਂ ਬਰਸੀ ਮੌਕੇ ਅਮਰੀਕਾ ਨੇ ਇਸ ਹਮਲੇ ਦੇ ਗੁਪਤ ਦਸਤਾਵੇਜ਼ ਕੀਤੇ ਜਨਤਕ। ਵਿਰੋਧ ਪ੍ਰਦਰਸ਼ਨਾਂ ਕਾਰਨ ਅਡਾਨੀ ਨੂੰ ਲੱਗਿਆ ਜ਼ਬਰਦਸਤ ਝਟਕਾ। ਹਲਵਾਰਾ ਹਵਾਈ ਅੱਡੇ ਦੇ ਨਾਮ ਨੂੰ ਲੈ ਕੇ ਵਿਵਾਦ ਹੋਇਆ ਹੋਰ ਡੂੰਘਾ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਭਾਜਪਾ ਦੇ ਇੱਕ ਸੰਸਦ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਨੂੰ ਲਿਖੀ ਚਿੱਠੀ। ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਨੇ ਕੈਪਟਨ ਖਿਲਾਫ ਕੀਤੀ ਖੁੱਲ੍ਹ-ਮਖੁੱਲੀ ਬਗਾਵਤ। ਕੈਪਟਨ ਅਮਰਿੰਦਰ ਸਿੰਘ ਫਸੇ ਕਸੂਤੇ ਦੂਲੋ ਨੇ ਕੀਤਾ ਨਵਾਂ ਤੇ ਵੱਡਾ ਐਲਾਨ। ਅਤੇ ਕੇਂਦਰ ਸਰਕਾਰ ਮਹਿੰਗਾਈ ਵਿੱਚ ਇੱਕ ਹੋਰ ਤੋਹਫਾ ਆਮ ਜਨਤਾ ਨੂੰ ਦੇਣ ਵਾਸਤੇ ਤਿਆਰ। ਦੋਸਤੋ ਇਹ ਕੁਝ ਖਬਰਾਂ ਰਹਿਣਗੀਆਂ, ਇਹਦੇ ਤੋਂ ਇਲਾਵਾ ਕੁਝ ਹੋਰ ਜਾਣਕਾਰੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਵਿਚਾਰ ਚਰਚਾ ਕਰਨੀ ਚਾਹੁੰਦਾ। ਇਹਦੇ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਨੂੰ ਆਧਾਰ ਬਣਾ ਕੇ ਵਿਚਾਰ ਚਰਚਾ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਕੱਲੀ ਖਬਰ ਨੂੰ ਆਪਣੇ ਤਰੀਕੇ ਨਾਲ ਵਿਚਾਰ ਚਰਚਾ ਦਾ ਵਿਸ਼ਾ ਬਣਾਈਏ। ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਵਿੱਚ 9/11 ਦੀ 20ਵੀਂ ਵਰਸੀ ਮਨਾਈ ਜਾ ਰਹੀ ਸੀ। ਮੌਜੂਦਾ ਰਾਸ਼ਟਰਪਤੀ ਤੇ ਕੁਝ ਸਾਬਕਾ ਰਾਸ਼ਟਰਪਤੀਆਂ ਨੇ ਜਿਹੜੇ ਪਰਿਵਾਰ ਦੇ ਜੀ ਵਿਛੜ ਗਏ ਸੀ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਵਿਛੜ ਗਏ ਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਇੱਕ ਚੋਣ ਵਾਅਦਾ ਸੀ ਕਿ ਜੇਕਰ ਅਸੀਂ ਜਿੱਤ ਦਰਜ ਕੀਤੀ ਤਾਂ ਅਸੀਂ 9/11 ਹਮਲੇ ਦੇ ਕੁਝ ਦਸਤਾਵੇਜ਼ ਜਿਹੜੇ ਗੁਪਤ ਦਸਤਾਵੇਜ਼ ਨੇ ਉਹਨਾਂ ਨੂੰ ਜਨਤਕ ਕਰ ਦਿਆਂਗੇ। ਉਹਨਾਂ ਨੇ ਬੀਤੇ ਦਿਨੀ ਆਦੇਸ਼ ਦੇ ਦਿੱਤਾ ਸੀ ਕਿ ਹਾਂ ਬਈ ਆਓ ਕੁਝ ਗੁਪਤ ਦਸਤਾਵੇਜ਼ ਜਨਤਕ ਕਰੀਏ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇਸ ਹਮਲੇ ਦੇ ਕੁਝ ਦਸਤਾਵੇਜ਼ ਜਿਹੜੇ ਜਨਤਕ ਕੀਤੇ ਗਏ ਨੇ ਉਹਨਾਂ ਵਿੱਚੋਂ ਕੁਝ ਕੁ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇਸ ਹਮਲੇ ਦੇ ਵਿੱਚ ਸ਼ਾਮਲ ਦੋ ਸਾਊਦੀ ਮੂਲ ਦੇ ਵਿਅਕਤੀ ਸਨ ਜਿਨ੍ਹਾਂ ਨੇ ਹਮਲਾਵਰਾਂ ਨੂੰ ਅਮਰੀਕਾ ਦੇ ਵਣਜ ਦੂਤ ਕਰਦੇ ਇੱਕ ਅਧਿਕਾਰੀ ਨੇ ਉਹਨਾਂ ਨੂੰ ਖੁਫੀਆ ਜਾਣਕਾਰੀ ਪ੍ਰਦਾਨ ਕੀਤੀ। ਇੰਨਾ ਹੀ ਨਹੀਂ ਤੇ ਇਹਨਾਂ ਵਿਅਕਤੀਆਂ ਨੇ ਹਮਲਾਵਰਾਂ ਨੂੰ ਰਸਦ ਵੀ ਪੁੱਜਦੀ ਕੀਤੀ ਸੀ। ਜਾਂਚ ਵਿੱਚ ਇਸ ਗੱਲ ਦਾ ਭਾਵੇਂ ਕੋਈ ਸਬੂਤ ਨਹੀਂ ਹੈ ਕਿ ਸਾਜ਼ਿਸ਼ ਵਿੱਚ ਸਾਊਦੀ ਅਰਬ ਸਰਕਾਰ ਸ਼ਾਮਲ ਸੀ ਜਾਂ ਨਹੀਂ। ਦਸਤਾਵੇਜ਼ ਦੇ ਵਿੱਚ ਸਾਊਦੀ ਅਫਸਰਾਂ ਦੇ ਸਬੰਧ ਹੋਣ ਦੀ ਜਾਂਚ ਦਾ ਵੇਰਵਾ ਜ਼ਰੂਰ ਦਿੱਤਾ ਗਿਆ ਹੈ। ਇਸ ਹਮਲੇ ਦੀ 20ਵੀਂ ਵਰਸੀ ਦੇ ਪ੍ਰੋਗਰਾਮ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਭਾਗ ਲੈਣ ਦੇ ਕੁਝ ਘੰਟਿਆਂ ਦੇ ਬਾਅਦ ਹੀ ਇਹ ਦਸਤਾਵੇਜ਼ ਜਨਤਕ ਕੀਤੇ ਗਏ। ਇਹ ਦਸਤਾਵੇਜ਼ 16 ਸਫ਼ਿਆਂ ਦੇ ਨੇ। ਸਾਲ 2001 ਵਿੱਚ ਸ਼ਾਇਦ ਤੁਹਾਨੂੰ ਚੇਤਾ ਹੀ ਹੋਣਾ ਹੈ ਕਿ ਨਿਊਯਾਰਕ ਦੇ ਵਿੱਚ ਹਮਲਾ ਹੋਇਆ ਸੀ। ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਲਗਭਗ ਇਸ ਹਮਲੇ ਵਿੱਚ 3000 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੇ ਪੀੜਤ ਲੰਬੇ ਸਮੇਂ ਤੋਂ ਜਾਂਚ ਦੇ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਲਈ ਅਮਰੀਕੀ ਸਰਕਾਰ ਤੇ ਦਬਾਅ ਵੀ ਬਣਾ ਰਹੇ ਸੀ। ਇਹ ਪੀੜਤ ਪਰਿਵਾਰ ਹਾਲੇ ਵੀ ਨਿਊਯਾਰਕ ਦੀ ਇੱਕ ਅਦਾਲਤ ਦੇ ਵਿੱਚ ਮੁਕੱਦਮਾ ਲੜ ਰਹੇ ਨੇ। ਹੁਣ ਆ ਜਿਹੜੇ ਕੁਝ ਦਸਤਾਵੇਜ਼ ਜਨਤਕ ਕਰ ਦਿੱਤੇ ਗਏ ਨੇ ਜਿਨ੍ਹਾਂ ਵਿੱਚ ਦੋ ਸਾਊਦੀ ਅਫਸਰਾਂ ਦੇ ਸ਼ਾਮਲ ਹੋਣ ਦੇ ਵੇਰਵੇ ਸ਼ਾਮਲ ਨੇ। ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਕੇਸ ਲੜਿਆ ਜਾ ਰਿਹਾ ਉਹਦੇ ਵਿੱਚ ਕੁਝ ਮਜ਼ਬੂਤੀ ਮਿਲੇ ਤੇ ਕੁਝ ਇੱਕ ਹੋਰ ਲੋਕਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਦੇ ਵਿੱਚ ਬਲ ਮਿਲੇ। ਹਾਲੇ ਸਿਰਫ 16 ਸਫ਼ੇ ਜਨਤਕ ਕੀਤੇ ਗਏ ਨੇ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ 9/11 ਦੇ ਨਾਲ ਜੁੜੇ ਕੁਝ ਹੋਰ ਦਸਤਾਵੇਜ਼ ਜਿਹੜੇ ਗੁਪਤ ਨੇ, ਅਤ ਗੁਪਤ ਸਨ, ਕਿ ਉਹਨਾਂ ਨੂੰ ਵੀ ਜਨਤਕ ਕੀਤਾ ਜਾਏਗਾ ਜਾਂ ਨਹੀਂ। ਅਗਲੀ ਜਿਹੜੀ ਖਬਰ ਹੈ, ਲਗਾਤਾਰ ਕਿਸਾਨੀ ਸੰਘਰਸ਼ ਨੇ ਲੋਕਾਂ ਦੇ ਵਿੱਚ ਜੋਸ਼ ਤੇ ਜਜ਼ਬਾ ਪੈਦਾ ਕਰ ਦਿੱਤਾ ਹੈ ਕਿ ਨਹੀਂ ਹੁਣ ਸਾਨੂੰ ਘਰਾਣੇ ਜਿਹੜੇ ਕਾਰਪੋਰੇਟ ਸਾਨੂੰ ਹੜੱਪਣਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਸਾਨੂੰ ਡਟਣਾ ਪਊ। ਕੁਝ ਸਮਾਨ ਖਰੀਦ ਰਹੇ ਨੇ ਤੇ ਕੁਝ ਉਹਨਾਂ ਨੂੰ ਵੇਚ ਰਹੇ ਨੇ। ਕੱਲ੍ਹ ਹੀ ਮੈਂ ਰਾਹੁਲ ਗਾਂਧੀ ਦਾ ਇੱਕ ਟਵੀਟ ਵੇਖਿਆ ਸੀ। ਉਹਨਾਂ ਨੇ ਲਿਖਿਆ ਸੀ ਕਿ ਕਾਂਗਰਸ ਨੇ ਬੀਤੇ ਲਗਭਗ ਜੋ 7 ਦਹਾਕਿਆਂ ਵਿੱਚ ਬਣਾਇਆ ਆ ਹੁਣ ਵਾਲੀ ਮੌਜੂਦਾ ਸਰਕਾਰ ਇੱਕ ਕਰਕੇ ਉਹਨਾਂ ਨੂੰ ਵੇਚ ਰਹੀ ਹੈ। ਹੁਣ ਅਡਾਨੀ ਗਰੁੱਪ ਨੂੰ ਲਗਭਗ ਬਹੁਤ ਵੱਡੇ ਜਿਹੜੇ ਭਾਰਤ ਦੇ ਹਵਾਈ ਅੱਡੇ ਨੇ ਦਿੱਤੇ ਗਏ ਨੇ, ਲੀਜ਼ ਤੇ ਦੇ ਦਿੱਤੇ ਗਏ ਆ। ਇੱਥੋਂ ਤੱਕ ਕਿ ਭਾਰਤ ਦੀਆਂ ਕੁਝ ਉਹ ਧਰੋਹਰਾਂ ਜਿਨ੍ਹਾਂ ਨੂੰ
ਆਮ ਜਨਤਾ ਦੇ ਵਾਸਤੇ ਖੋਲ੍ਹਿਆ ਜਾਣਾ ਚਾਹੀਦਾ ਤੇ ਸਰਕਾਰੀ ਹੱਥਾਂ ਵਿੱਚ ਚਾਹੀਦੀਆਂ ਨੇ, ਉਹ ਵੀ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਨੇ। ਲਾਲ ਕਿਲੇ ਤੱਕ ਅੰਤਰਰਾਸ਼ਟਰੀ ਹਵਾਡਾ ਦਿੱਲੀ ਵਾਲਾ ਹਵਾਈ ਅੱਡਾ ਵੀ, ਤੇ ਕਈਆਂ ਹੋਰਨਾਂ ਸੂਬਿਆਂ ਦੇ ਹਵਾਈ ਅੱਡੇ ਵੀ ਹੈ। ਹੁਣ ਖਬਰ ਮਿਲ ਰਹੀ ਹੈ ਕਿ ਕਈ ਮਹੀਨੇ ਹੋ ਗਏ ਸੀ ਲਗਾਤਾਰ ਪ੍ਰਦਰਸ਼ਨ ਹੋਇਆ ਸੀ। ਇਹਨਾਂ ਪ੍ਰਦਰਸ਼ਨਾਂ ਤੋਂ ਬਾਅਦ ਮੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਮ ਦੇ ਉੱਤੇ ਜਿਹੜੇ ਬੋਰਡ ਲੱਗੇ ਹੋਏ ਸੀ ਨਾ, ਉਹ ਅਡਾਨੀ ਹਵਾਈ ਅੱਡਾ ਲਿਖਿਆ ਹੋਇਆ ਸੀ। ਹੁਣ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸਾਹਮਣੇ ਇਹ ਮੁੱਦਾ ਉੱਠ ਖੜਿਆ ਸੀ ਤੇ ਇਸ ਮੁੱਦੇ ਨੂੰ ਉਠਾਇਆ ਸੀ ਇੱਕ ਸੋਸ਼ਲ ਵਰਕਰ ਸੀ, ਸਮਾਜ ਸੇਵੀ ਸੀ, ਧੀਰਜ ਅਲਵਾ। ਧੀਰਜ ਅਲਵਾ ਨੇ ਜਾਣਕਾਰੀ ਦਿੱਤੀ ਹੈ ਕਿ ਅਡਾਨੀ ਗਰੁੱਪ ਦੇ ਵੱਲੋਂ ਇਸ ਹਵਾਈ ਅੱਡੇ ਦੀ ਹੁਣ ਸਾਂਭ ਸੰਭਾਲ ਰੱਖ ਰਖਾ ਕੀਤਾ ਜਾ ਰਿਹਾ, ਕਿਉਂਕਿ ਲੀਜ਼ ਤੇ ਉਹਨਾਂ ਨੂੰ ਦਿੱਤਾ ਹੋਇਆ ਹੈ। ਉਹ ਲਗਾਤਾਰ ਚੇਤਾਵਨੀਆਂ ਵੀ ਦਿੰਦੇ ਰਹੇ ਸੀ, ਚੁਣੌਤੀਆਂ ਵੀ ਦਿੰਦੇ ਰਹੇ ਤੇ ਰੋਸ ਪ੍ਰਦਰਸ਼ਨ ਵੀ ਕਰਦੇ ਰਹੇ ਤੇ ਆਖਰਕਾਰ ਅਡਾਨੀ ਦੇ ਨੇਮ ਵਾਲੇ ਬੋਰਡ ਉਹ ਫੱਟੇ ਉਤਾਰ ਦਿੱਤੇ ਗਏ ਨੇ। ਅਸਲ ਦੇ ਵਿੱਚ ਜਦੋਂ ਤੋਂ ਇਹ ਅਡਾਨੀ ਗਰੁੱਪ ਦੇ ਹੱਥਾਂ ਦੇ ਵਿੱਚ ਹਵਾਈ ਅੱਡਾ ਆਇਆ ਸੀ ਤਾਂ ਉਹਨਾਂ ਨੇ ਜਿਹੜੀਆਂ ਅੱਡੇ ਦੇ ਉੱਤੇ ਬੋਰਡ ਲੱਗੇ ਹੋਏ ਸੀ ਉਹ ਬਦਲ ਦਿੱਤੇ ਸੀ ਤੇ ਉਸ ਬੋਰਡ ਦੇ ਅੱਗੇ ਲਿਖ ਦਿੱਤਾ ਸੀ ਅਡਾਨੀ ਹਵਾਈ ਅੱਡਾ, ਤੇ ਮੰਗਲੁਰੂ ਹਵਾਈ ਅੱਡਾ ਦਾ ਨਾਮ ਬਦਲੇ ਜਾਣ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਸੀ। ਇਸੇ ਕਰਕੇ ਜਿਹੜੀ ਸਭ ਤੋਂ ਅਹਿਮ ਮਾਦਾ ਹੈ, ਜਦੋਂ ਉਹਨਾਂ ਦੇ ਨਾਲ ਇਹ ਇਕਰਾਰ ਕੀਤਾ ਗਿਆ, ਸਰਕਾਰ ਨੇ ਸਮਝੌਤਾ ਕੀਤਾ, ਤਾਂ ਉਸ ਮਤੇ ਵਿੱਚ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਸੀ ਕਿ ਉਹ ਨਾਮ ਵੀ ਬਦਲਣਗੇ। ਅਸਲ ਦੇ ਵਿੱਚ ਆਰਟੀਆਈ ਰਾਹੀਂ ਇੱਕ ਜਾਣਕਾਰੀ ਮੰਗੀ ਗਈ ਸੀ। ਇਹ ਜਾਣਕਾਰੀ ਸਾਹਮਣੇ ਆਈ ਕਿ ਨਾ, ਇਹ ਤਾਂ ਕਰਾਰ ਦਾ ਹਿੱਸਾ ਹੀ ਨਹੀਂ ਸੀ। ਫਿਰ ਇਸੇ ਗੱਲ ਦੇ ਉੱਤੇ ਸਵਾਲ ਉਠਾਉਂਦੇ ਹੋਏ ਬੀਤੇ ਮਾਰਚ ਮਹੀਨੇ ਭਾਰਤੀ ਹਵਾਈ ਅੱਡਾ ਅਥਾਰਟੀ ਤੇ ਮੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ। ਅਲਵਾ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਰੰਗ ਲੈ ਆਈ ਹੈ ਅਤੇ ਬੀਤੇ ਸ਼ੁੱਕਰਵਾਰ ਨੂੰ ਹਵਾਈ ਅੱਡੇ ਦਾ ਪੁਰਾਣਾ ਨਾਮ ਉਸੇ ਤਰ੍ਹਾਂ ਦੇ ਬੋਰਡ ਦੁਬਾਰਾ ਲਾ ਦਿੱਤੇ ਗਏ ਹੈ। ਹਵਾਈ ਅੱਡੇ ਦੇ ਫੇਸਬੁੱਕ ਤੇ ਟਵਿੱਟਰ ਅਕਾਊਂਟ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਨਾਮ ਦਾ ਬਦਲਾਅ ਕੀਤਾ ਗਿਆ ਸੀ। ਮਾਣਯੋਗ ਅਦਾਲਤ ਨੇ ਆਖਿਆ ਕਿ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਵੀ ਹੈ ਜਿਹੜੇ, ਉੱਥੋਂ ਵੀ ਅਡਾਨੀਆਂ ਦਾ ਨਾਮ ਪਾਸੇ ਕੀਤਾ ਜਾਵੇ। ਤੁਸੀਂ ਦੇਖੋ ਕਿ ਜਿਹੜਾ ਕਰਾਰ ਹੀ ਨਹੀਂ ਹੋਇਆ, ਜਿਹੜਾ ਸਮਝੌਤਾ ਹੀ ਨਹੀਂ ਹੋਇਆ ਕਿ ਨਾਮ ਤਾਂ ਬਦਲਿਆ ਨਹੀਂ ਜਾ ਸਕਦਾ। ਹੁਣ ਕੱਲ੍ਹ ਨੂੰ ਕੋਈ ਕਵੇ ਕਿ ਭਾਈ ਅਸੀਂ ਆਹ ਹਵਾਈ ਅੱਡਾ ਜਾਂ ਆਹ ਸੰਸਥਾ ਲਾਲ ਕਿਲੇ ਦਾ ਨਾਂ ਫਿਰ ਤਾਂ ਅਡਾਨੀ ਲਾਲ ਕਿਲਾ ਰੱਖ ਦੇਵੇਗਾ ਜਾਂ ਅਡਾਨੀ ਕਿਲਾ ਰੱਖ ਦੇਵੇਗਾ। ਸੋ ਠੀਕ ਹੈ, ਸਰਕਾਰ ਨੇ ਤੁਹਾਨੂੰ ਸਮਾਨ ਭਾਰਤ ਦਾ ਸਾਰਾ ਧਰੋਹਰ ਵੇਚਣ ਦਾ ਜੇ ਤਹੀਆ ਕੀਤਾ ਹੀ ਹੋਇਆ ਹੈ, ਪਰ ਨਾਮ ਬਦਲਣ ਦਾ ਕਰਾਰ ਤਾਂ ਨਹੀਂ ਨਾ ਕੀਤਾ। ਇਹ ਤਾਂ ਸੀ ਮੰਗਲੁਰੂ ਹਵਾਈ ਅੱਡੇ ਦਾ ਕੰਮ। ਅਗਲੀ ਜਿਹੜੀ ਖਬਰ ਹੈ ਉਹ ਪੰਜਾਬ ਦੇ ਨਾਲ ਸੰਬੰਧਿਤ ਹੈ। ਸਰਕਾਰਾਂ ਕਹਿੰਦੀਆਂ ਕਿ ਅਸੀਂ ਤਾਂ ਭਾਈ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਵਿੱਚ ਲੱਗੀਆਂ ਹੋਈਆਂ, ਸ਼ਹੀਦਾਂ ਦੇ ਉੱਤੇ ਸਾਡੇ ਵਾਸਤੇ ਕੁਝ ਨਹੀਂ। ਪਰ ਆ ਖਬਰ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਫੂਕ ਕੱਢੂ। ਏਅਰਫੋਰਸ ਹਵਾਈ ਅੱਡਾ ਹਲਵਾਰਾ, ਉੱਥੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾ ਰਿਹਾ ਹੈ ਤੇ ਉਸ ਹਵਾਈ ਅੱਡੇ ਦੇ ਨਾਮ ਦਾ ਮੁੱਦਾ ਇੱਕ ਵਾਰੀ ਫਿਰ ਤੋਂ ਚਰਚਾ ਵਿੱਚ ਹੈ। ਇਨਕਲਾਬ ਜ਼ਿੰਦਾਬਾਦ ਲਹਿਰ ਦੇ ਮੁਖੀ ਨੇ ਸੁਖਵਿੰਦਰ ਸਿੰਘ ਹਲਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਲੁਧਿਆਣਾ ਬਠਿੰਡਾ ਜਿਹੜਾ ਮਾਰਗ ਹੈ ਉਹਦੇ ਉੱਪਰ ਪਿੰਡ ਹਲਵਾਰਾ ਦੇ ਨੇੜੇ ਲੱਗਿਆ ਹੋਇਆ ਇੱਕ ਬੋਰਡ ਦੇ ਵਿੱਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਸੀ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ। ਉਹਦੇ ਤੇ ਕਾਲਾ ਰੰਗ ਫੇਰ ਦਿੱਤਾ। ਸੁਖਵਿੰਦਰ ਸਿੰਘ ਹਲਵਾਰਾ ਅਤੇ ਉਸਦੇ ਸਾਥੀਆਂ ਨੇ ਫਿਰ ਫੇਸਬੁੱਕ ਅਕਾਊਂਟ ਹੈ ਜਿਹੜਾ ਉਹਨਾਂ ਦਾ, ਉਹਦੇ ਉੱਤੇ ਪੋਸਟ ਵੀ ਕਰ ਦਿੱਤਾ ਤੇ ਉਹ ਪੋਸਟ ਕੀਤੇ ਜਾਣ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਿਸ ਨੇ ਕਾਰਵਾਈ ਕੀਤੀ ਹੈ। ਸੁਖਵਿੰਦਰ ਸਿੰਘ ਹਲਵਾਰਾ ਅਤੇ ਉਸਦੇ ਸਾਥੀ ਸੁਖ ਜਗਰਾਉਂ ਸਮੇਤ 2-3 ਹੋਰ ਅਣਪਛਾਤੇ ਵਿਅਕਤੀ ਹੈ, ਉਹਨਾਂ ਦੇ ਖਿਲਾਫ ਜਨਤਕ ਜਾਇਦਾਦਾਂ ਦਾ ਨੁਕਸਾਨ ਰੋਕੂ ਕਾਨੂੰਨ 1984 ਦੀ ਧਾਰਾ 3 ਦੇ ਅਧੀਨ ਮੁਕੱਦਮਾ ਦਰਜ ਕੀਤਾ ਹੈ ਤੇ ਜਾਂਚ ਆਰੰਭ ਦਿੱਤੀ ਹੈ। ਹੁਣ ਸਵਾਲ ਪੈਦਾ ਹੁੰਦਾ, ਜਾਂਚ ਆਰੰਭਣ ਵਾਲੀ ਗੱਲ ਕਿਹੜੀ ਹੈ? ਉਹ ਤਾਂ ਲੰਬੇ ਸਮੇਂ ਤੋਂ ਦੋਵੇਂ ਹੱਥੀਂ ਤੋਂ ਹੱਥੜੀ ਮਾਰ ਰਹੇ ਨੇ ਕਿ ਭਾਈ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਿਆ ਜਾਵੇ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ SI ਨਿਰਮਲ ਸਿੰਘ ਨੂੰ ਦੇ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਸੁਖਵਿੰਦਰ ਸਿੰਘ ਹਲਵਾਰਾ ਉਸਦੇ ਸਾਥੀ ਬੀਤੇ ਲੰਬੇ ਸਮੇਂ ਤੋਂ ਇਸ ਹਵਾਈ ਅੱਡੇ ਦਾ ਨਾਮ ਰੱਖਣਾ ਚਾਹੁੰਦੇ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ। ਇੱਕ ਮੁਹਿੰਮ ਵੀ ਵਿੱਢੀ ਗਈ ਸੀ। ਉਹਨਾਂ ਨੇ ਆਪਣੇ ਸਾਥੀ ਸੁਖ ਜਗਰਾਉਂ ਤੇ ਹੋਰਨਾਂ ਦੇ ਨਾਲ ਮਿਲ ਕੇ ਹੁਣ ਭਾਵੇਂ ਰੰਗ ਕਰ ਦਿੱਤਾ, ਪਰ ਰੰਗ ਕਰਨ ਤੋਂ ਪਹਿਲਾਂ ਹੀ ਉਹ ਤਾਂ ਮੁਹਿੰਮ ਵਿੱਢੀ ਬੈਠੇ ਹੈ। ਉਹ ਕਹਿੰਦੇ ਅਸੀਂ ਅੱਜ ਦੇ ਨਹੀਂ, ਅਸੀਂ ਤਾਂ ਬੜੀ ਦੇਰ ਦੇ ਕਹਿੰਦੇ ਆ ਕਿ ਜੇਕਰ ਇਹ ਹਵਾਈ ਅੱਡਾ ਬਣਾਉਣਾ ਹੀ ਹੈ ਤੇ ਇਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਤੇ ਦੱਸੋ ਇਤਰਾਜ਼ ਕੀ ਹੈ? ਉਹਨਾਂ ਨੇ ਸਿਰਫ ਕਾਲਾ ਰੰਗ ਹੀ ਨਹੀਂ ਕੀਤਾ, ਸਗੋਂ ਕਰਤਾਰ ਸਿੰਘ ਸਰਾਭਾ ਦੇ ਜੀਵਨ ਨੂੰ ਦਰਸਾਉਂਦਾ ਇੱਕ ਫਲੈਕਸ ਵੀ ਉੱਥੇ ਨਾਲ ਟੰਗ ਦਿੱਤਾ। ਇਸ ਮੌਕੇ ਤੇ ਉਹਨਾਂ ਨਾਅਰੇਬਾਜ਼ੀ ਵੀ ਕੀਤੀ ਤੇ ਇੰਨਾ ਹੀ ਨਹੀਂ, ਜਿਹੜਾ ਇਹ ਹਵਾਈ ਅੱਡਾ ਹੈ
ਹਵਾਈ ਅੱਡੇ ਦੇ ਵਾਸਤੇ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਉਹ ਐਤੀਆਣਾ ਦੇ ਪਿੰਡ ਦੇ ਲੋਕਾਂ ਦੀ ਹੈ। ਐਤੀਆਣਾ ਦੇ ਪਿੰਡ ਦੇ ਲੋਕ ਵੀ ਇਤਰਾਜ਼ ਕਰਦੇ ਆ ਕਿ ਜ਼ਮੀਨ ਸਾਡੇ ਪਿੰਡ ਦੀ, ਨਾਮ ਹਲਵਾਰਾ ਲਿਖਿਆ ਹੋਇਆ ਤੁਸੀਂ, ਤੇ ਘੱਟੋ ਘੱਟ ਉਹ ਸਾਰਾ ਇਲਾਕਾ ਨਹੀਂ ਸਮੁੱਚਾ ਪੰਜਾਬ ਚਾਹੁੰਦਾ ਹੈ ਕਿ ਭਾਈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਦੇ ਉੱਤੇ ਇਸ ਹਵਾਈ ਅੱਡੇ ਦਾ ਨਾਮ ਰੱਖਿਆ ਜਾਵੇ। ਹੁਣ ਜਦੋਂ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਦੇਖੋ ਬੋਰਡ ਦੇ ਉੱਤੇ ਕਾਲਾ ਰੰਗ ਮਲਣਾ ਤਾਂ ਗਲਤ ਹੈ, ਠੀਕ ਹੈ, ਇਹਦੇ ਥਾਂ ਤੇ ਆਪਾਂ ਕਾਨੂੰਨੀ ਚਾਰਾਜੋਈ ਕਰਾਂਗੇ। ਪਰ ਪੁਲਿਸ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਪਤਾ ਲੱਗਿਆ ਕਿ ਪਿੰਡ ਹਲਵਾਰਾ ਦੇ ਸਰਪੰਚ ਨੇ, ਜਿਨ੍ਹਾਂ ਦਾ ਨਾਮ ਹਰਜਿੰਦਰ ਸਿੰਘ ਨਿੱਕਾ, ਇਸ ਬੋਰਡ ਦੇ ਉੱਤੇ ਫੇਰਿਆ ਕਾਲਾ ਰੰਗ ਸਾਫ਼ ਕਰਵਾ ਦਿੱਤਾ ਹੈ। ਤੇ ਦੂਸਰੇ ਪਾਸੇ ਇਨਕਲਾਬ ਜਿੰਦਾਬਾਦ ਲਹਿਰ ਦੇ ਮੁਖੀ ਸੁਖਵਿੰਦਰ ਸਿੰਘ ਹਲਵਾਰਾ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਮੰਗ ਕੀਤੀ ਸੀ, ਅਸੀਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਲਿਖ ਚੁੱਕੇ ਹਾਂ। ਉਹਨਾਂ ਨੇ ਆਖਿਆ ਸੀ ਕਿ ਤੁਸੀਂ ਬਕਾਇਦਾ ਤੌਰ ਤੇ ਮੈਮੋਰੈਂਡਮ ਦਿਓ ਤੇ ਅਸੀਂ ਮੁੱਖ ਮੰਤਰੀ ਤੱਕ ਤੁਹਾਡੀ ਮੰਗ ਪਹੁੰਚਾ ਦੇਵਾਂਗੇ। ਉਹ ਕਹਿੰਦੇ ਸੀ ਮੁੱਖ ਮੰਤਰੀ ਨੂੰ ਵੀ ਆਖ ਚੁੱਕੇ ਹਾਂ, ਅਸੀਂ ਡੀਸੀ ਸਾਹਿਬ ਨੂੰ ਵੀ ਲਿਖ ਚੁੱਕੇ ਹਾਂ, ਅਸੀਂ ਹੋਰ ਅਧਿਕਾਰੀਆਂ ਨੂੰ ਵੀ ਲਿਖ ਕੇ ਭੇਜ ਚੁੱਕੇ ਹਾਂ, ਉਹਦਾ ਕੋਈ ਅਸਰ ਹੀ ਨਹੀਂ ਹੋਇਆ। ਉਹ ਕਹਿੰਦੇ ਫਿਲਹਾਲ ਅਸੀਂ ਦਿੱਲੀ ਕਿਸਾਨ ਮੋਰਚੇ ਤੇ ਜਾ ਰਹੇ ਹਾਂ, ਦਿੱਲੀ ਕਿਸਾਨ ਮੋਰਚੇ ਤੋਂ ਵਾਪਸ ਪਰਤਾਂਗੇ, ਜੇਕਰ ਸਾਡੀ ਇਸ ਮਸਲੇ 'ਚ ਗ੍ਰਿਫਤਾਰੀ ਕਰਨੀ ਚਾਹੁੰਦੇ ਹੋ ਤਾਂ ਗ੍ਰਿਫਤਾਰੀ ਕਰ ਦਿਆਂਗੇ। ਹੁਣ ਹੈਰਾਨੀ ਦੀ ਹੱਦ ਇਹ ਹੈ ਕਿ ਇੱਕ ਪਾਸੇ ਸ਼ਹੀਦ ਨੇ, ਸ਼ਹੀਦਾਂ ਦੇ ਨਾਮ ਤੇ ਇੱਕ ਏਅਰਪੋਰਟ ਦਾ ਨਾਮ ਰਖਵਾਉਣ ਦੇ ਵਾਸਤੇ ਲੋਕਾਂ ਨੂੰ ਕਾਲਾ ਰੰਗ ਫੇਰਨਾ ਪੈ ਰਿਹਾ ਹੈ, ਲੋਕਾਂ ਨੂੰ ਮੁਹਿੰਮਾਂ ਚਲਾਉਣੀਆਂ ਪੈ ਰਹੀਆਂ ਨੇ, ਡੀਸੀ ਸਾਹਿਬਾਨਾਂ ਨੂੰ, ਮੁੱਖ ਮੰਤਰੀ ਤੱਕ ਨੂੰ ਪੱਤਰ ਲਿਖਣੇ ਪੈ ਰਹੇ ਨੇ, ਮੈਮੋਰੈਂਡਮ ਦੇਣੇ ਪੈ ਰਹੇ ਨੇ। ਕੀ ਇਹ ਸਰਕਾਰਾਂ ਦਾ ਆਪਣਾ ਫਰਜ਼ ਨਹੀਂ? ਜੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨੇੜਲੇ ਪਿੰਡ ਵਿੱਚ ਇਹ ਹਵਾਈ ਅੱਡਾ ਬਣ ਰਿਹਾ ਹੈ ਤੇ ਕਿਹੜੀ ਤੋਪ ਚੱਲ ਜੂ ਜੇ ਉਹਨਾਂ ਦੇ ਨਾਂ ਤੇ ਰੱਖ ਦੇਣਗੇ। ਦੂਸਰਾ ਦੱਸ ਦੇਣ ਕਿ ਕਿੰਨੇ ਮੌਜੂਦਾ ਤੇ ਕਿੰਨੇ ਇਸ ਦੁਨੀਆ ਤੋਂ ਤੁਰ ਚੁੱਕੇ ਰਾਜਨੀਤਿਕ ਲੋਕਾਂ ਦੇ ਨਾਮ ਤੇ ਹਵਾਈ ਅੱਡਿਆਂ ਦੇ ਨਾਂ ਨੇ, ਬਹੁਤ ਸਾਰੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਨਾਂ ਦੇ ਨੇ। ਇਹ ਤੋਂ ਵੀ ਅਗਲੀ ਗੱਲ, ਹੁਣ ਤਾਂ ਜਿਹੜੇ ਜਿੰਦਾ ਪ੍ਰਧਾਨ ਮੰਤਰੀ ਨੇ, ਇਸ ਵਕਤ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਨਾਮ ਦੇ ਉੱਤੇ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਦਾ ਨਾਂ ਰੱਖ ਦਿੱਤਾ ਗਿਆ ਹੈ। ਵੈਸੇ ਅਸੀਂ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ, ਪਰ ਨਾਮ ਅਸੀਂ ਉਹਨਾਂ ਦਾ ਰੱਖਣਾ ਨਹੀਂ ਚਾਹੁੰਦੇ। ਆ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਸਤਿਕਾਰ ਸ਼ਹੀਦਾਂ ਦਾ। ਕਮੈਂਟ ਲਿਖ ਦਿਓ ਕਿ ਉਹਨਾਂ ਮੁੰਡਿਆਂ ਨੇ, ਉਹਨਾਂ ਨੌਜਵਾਨਾਂ ਨੇ ਗਲਤ ਕੀਤਾ ਜਾਂ ਠੀਕ ਕੀਤਾ। ਜੇ ਬੀਤੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹੈ ਤਾਂ ਇਹ ਵੀ ਲਿਖ ਦਿਓ ਕਿ ਮੰਗ ਜਾਇਜ਼ ਹੈ ਕਿ ਨਜਾਇਜ਼ ਹੈ। ਇੱਕ ਤਾਂ ਹੁੰਦਾ ਕਿ ਭਾਈ ਮੰਗ ਨਜਾਇਜ਼ ਹੈ, ਅਸੀਂ ਨਹੀਂ ਭਾਈ ਉਹਦਾ ਨਾਂ ਰੱਖਣਾ ਚਾਹੁੰਦੇ, ਉਹ ਤਾਂ ਬੰਦਾ ਹੀ ਚੰਗਾ ਨਹੀਂ ਸੀ, ਆਪਣੀ ਜਵਾਨੀ, ਆਪਣੀ ਜਿੰਦ, ਆਪਣੀ ਜਾਨ ਲੇਖੇ ਲਾ ਗਿਆ ਇਸ ਮੁਲਕ ਦੀ ਗੁਲਾਮੀ ਦੂਰ ਕਰਨ ਵਾਸਤੇ ਸ਼ਹੀਦ ਕਰਤਾਰ ਸਿੰਘ ਸਰਾਭਾ। ਸਰਕਾਰ ਦੋ ਅੱਖਰ ਇਹੀ ਲਿਖ ਕੇ ਦੇ ਦੇਵੇ ਕਿ ਸਾਨੂੰ ਇਤਰਾਜ਼ ਕੀ ਹੈ, ਅਸੀਂ ਕਿਉਂ ਸ਼ਹੀਦ ਦੇ ਨਾਂ ਦੇ ਉੱਤੇ ਇਸ ਏਅਰਪੋਰਟ ਦਾ ਨਾਮ ਰੱਖਣਾ ਨਹੀਂ ਚਾਹੁੰਦੇ। ਤੇ ਅਗਲੀ ਗੱਲ ਕਿਸਾਨੀ ਸੰਘਰਸ਼ ਦੇ ਨਾਲ ਹੀ ਜੁੜੀ ਖਬਰ ਹੈ। ਯੂਪੀ ਵਾਲੇ ਪਾਸੋਂ ਖਬਰ ਮਿਲ ਰਹੀ ਹੈ ਕਿ ਹੁਣ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ, ਉਹਨਾਂ ਨੇ ਯੂਪੀ ਦੇ ਮੁੱਖ ਮੰਤਰੀ ਆਦਿਤਿਆ ਯੋਗੀਨਾਥ ਨੂੰ ਇੱਕ ਚਿੱਠੀ ਲਿਖੀ ਹੈ। ਵੈਸੇ ਚਿੱਠੀਆਂ ਲਿਖਣੀਆਂ, ਹੁਣ ਅੱਗੇ ਤਾਂ ਗੀਤ ਆਉਂਦਾ ਸੀ ਅਸੀਂ ਚਿੱਠੀਆਂ ਲਿਖਣੀਆਂ ਹੀ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਪਰ ਹੁਣ ਲਗਾਤਾਰ ਚਿੱਠੀਆਂ ਦਾ ਜ਼ਮਾਨਾ ਲੱਗਦਾ ਕਿ ਫੇਰ ਆ ਗਿਆ। ਚਿੱਠੀ 'ਚ ਉਹਨਾਂ ਨੇ ਗੰਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਨ, ਕਣਕ ਝੋਨੇ ਦੀ ਸਰਕਾਰੀ ਖਰੀਦ ਤੇ ਬੋਨਸ ਦੇਣ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਕਮ ਦੁੱਗਣੀ ਕਰਨ, ਡੀਜ਼ਲ ਤੇ ਸਬਸਿਡੀ ਵਗੈਰਾ ਦੇਣ ਦੀ ਮੰਗ ਕੀਤੀ ਹੈ। ਵਰੁਣ ਗਾਂਧੀ ਪੀਲੀਭੀਤ ਤੋਂ ਲੋਕ ਸਭਾ ਦੇ ਮੈਂਬਰ ਨੇ ਤੇ ਮੈਂਬਰ ਨੇ ਉਹ ਭਾਰਤੀ ਜਨਤਾ ਪਾਰਟੀ ਵਾਲੀ ਟਿਕਟ ਤੋਂ। ਉਹਨਾਂ ਨੇ ਇਹ ਵੀ ਆਖਿਆ ਕਿ ਕਿਸਾਨਾਂ ਦੇ ਨਾਲ ਸਾਨੂੰ ਮੁੜ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਯੋਗੀ ਨੂੰ ਉਹਨਾਂ 2 ਪੰਨਿਆਂ ਦੀ ਚਿੱਠੀ ਲਿਖੀ ਹੈ। ਵਰੁਣ ਗਾਂਧੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੀਆਂ ਮੰਗਾਂ ਦਾ ਜ਼ਿਕਰ ਇਸ ਚਿੱਠੀ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਮੱਸਿਆਵਾਂ ਦੇ ਹੱਲ ਵਾਸਤੇ ਕੁਝ ਸੁਝਾਅ ਵੀ ਦਿੱਤੇ ਹੈ। ਉਹਨਾਂ ਨੇ ਲਿਖਿਆ ਹੈ, ਅਸਲ ਦੇ ਵਿੱਚ ਇਹ ਜਿਹੜੀ ਚਿੱਠੀ ਲਿਖੀ ਹੈ 2 ਸਫ਼ਿਆਂ ਦੀ, ਆਪਣੇ ਟਵਿੱਟਰ ਦੇ ਉੱਤੇ ਵੀ ਸਾਂਝੀ ਕੀਤੀ ਹੈ ਕਿ ਕਿਸਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਧਿਆਨ ਦਿਓ। ਚਿੱਠੀ ਲਿਖੀ ਹੈ ਉਹਨਾਂ ਨੇ ਕਿ ਮਾਣਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਮੀਦ ਹੈ ਕਿ ਕਿਸਾਨਾਂ ਦੀ ਗੱਲ ਜ਼ਰੂਰ ਸੁਣੀ ਜਾਵੇਗੀ। ਚਿੱਠੀ ਦੇ ਵਿੱਚ ਮੈਂ ਸੰਖੇਪ ਜਿਹਾ ਦੱਸ ਦਿੰਦਾ ਕਿ ਲਿਖਿਆ ਕੀ ਹੈ। ਉਹਨਾਂ ਨੇ ਲਿਖਿਆ ਕਿ ਗੰਨੇ ਦੀ ਕੀਮਤ 400 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਜਾਵੇ, ਜਦ ਕਿ ਦੱਸਣਾ ਬਣਦਾ ਕਿ ਯੂਪੀ ਦੇ ਵਿੱਚ ਇਸ ਵਕਤ ਗੰਨੇ ਦੀ ਕੀਮਤ 315 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਤੇ ਘੱਟੋ ਘੱਟ ਸਮਰਥਨ ਮੁੱਲ ਤੋਂ 200 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵਾਧੂ ਬੋਨਸ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਮਦਦ ਦੁੱਗਣੀ ਕਰਕੇ 12,000 ਰੁਪਏ ਪ੍ਰਤੀ ਸਾਲ ਕੀਤੀ ਜਾਣੀ ਚਾਹੀਦੀ ਹੈ। ਬਿਜਲੀ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਨੂੰ ਸਾਂਝਾ ਕਰਦੇ ਹੋਏ ਵਰੁਣ ਗਾਂਧੀ ਨੇ ਚਿੱਠੀ ਯੂਪੀ ਦੇ ਮੁੱਖ ਮੰਤਰੀ ਆਦਿੱਤਿਆ ਯੋਗੀ ਨੂੰ ਭੇਜੀ ਹੈ। ਉਹਨਾਂ ਨੇ ਇਹ ਵੀ ਆਖਿਆ ਕਿ
ਆਦਿੱਤਿਆ ਨਾਥ ਨੂੰ ਲਿਖੀ ਹੈ ਕਿ ਡੀਜ਼ਲ ਤੇ 20 ਰੁਪਏ ਪ੍ਰਤੀ ਲੀਟਰ ਸਬਸਿਡੀ ਦਿੱਤੀ ਜਾਵੇ, ਬਿਜਲੀ ਦੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਕੱਟੀਆਂ ਜਾਣ, ਕਟੌਤੀ ਕੀਤੀ ਜਾਵੇ। ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਬੀਤੀ 5 ਤਰੀਕ ਨੂੰ 5 ਸਤੰਬਰ ਨੂੰ ਜਦੋਂ ਮੁਜ਼ੱਫਰਨਗਰ ਦੇ ਵਿੱਚ ਇੱਕ ਮਹਾ ਪੰਚਾਇਤ ਹੋਈ ਸੀ, ਉਹਦੇ ਤੋਂ ਬਾਅਦ ਵੀ ਵਰੁਣ ਗਾਂਧੀ ਨੇ ਇੱਕ ਟਵੀਟ ਕੀਤਾ ਸੀ, ਆਖਿਆ ਸੀ ਕਿ ਭਾਈ ਇਹ ਕਿਸਾਨ ਆਪਣੇ ਨੇ, ਇਹਨਾਂ ਦੀਆਂ ਚਿੰਤਾਵਾਂ ਨੇ, ਇਹਨਾਂ ਦੀਆਂ ਸਮੱਸਿਆਵਾਂ ਨੇ, ਇਹਨਾਂ ਨੂੰ ਹੱਲ ਕਰਨ ਦੇ ਵਾਸਤੇ ਮੁੜ ਸਾਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਪਰ ਇਹਦੇ ਤੋਂ ਪਹਿਲਾਂ ਜਿੰਨੇ ਵੀ ਲੋਕ ਬੋਲਿਆ ਕਿਸਾਨਾਂ ਦੇ ਹੱਕ ਵਿੱਚ, ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਰਿਹਾ ਹੈ। ਆ ਕੁਝ ਦਿਨਾਂ ਦੇ ਅੰਦਰ ਅੰਦਰ ਵਰੁਣ ਗਾਂਧੀ ਨੇ ਦੂਸਰੀ ਵਾਰ ਕਿਸਾਨਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਨਹੀਂ ਪਤਾ ਕਿ ਦਿਲੋਂ ਪੱਖ ਪੂਰਦੇ ਆ ਜਾਂ ਆਪਣੀ ਸੀਟ ਪੱਕੀ ਕਰਦੇ ਆ, ਪਰ ਮੈਂ ਇੱਥੇ ਇਹਦੇ ਤੇ ਟਿੱਪਣੀ ਕਰਦੇ ਆ, ਭਾਵੇਂ ਆਪਣੀ ਸੀਟ ਹੀ ਪੱਕੀ ਕਰਦੇ ਆ, ਬਾਕੀ ਵੀ ਜਿੰਨੇ ਆ ਕਰ ਲੈਣ ਆਪੋ ਆਪਣੀਆਂ ਸੀਟਾਂ ਪੱਕੀਆਂ, ਉਹ ਵੀ ਕਿਸਾਨਾਂ ਦੇ ਹੱਕ ਵਿੱਚ ਆ ਕੇ ਡਟ ਜਾਣ। ਸ਼ਾਇਦ ਯੂਪੀ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਸਮਝ ਆ ਜਾਏਗੀ ਕਿ ਹੁਣ ਸਾਡੇ ਵਾਲੇ MLA ਤੇ MP ਕਿਸਾਨਾਂ ਦੇ ਹੱਕ ਵਿੱਚ ਭੁਗਤਣੇ ਸ਼ੁਰੂ ਹੋ ਗਏ ਆ। ਹੁਣ ਆਪਾਂ ਪੰਜਾਬ 'ਚ ਆਉਂਦੇ ਹਾਂ। ਪੰਜਾਬ ਦੇ ਵਿੱਚ ਇਸ ਵਕਤ ਸੱਤਾਧਾਰੀ ਧਿਰ ਹੈ ਕਾਂਗਰਸ। ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦਾ। ਪੰਜਾਬ ਸਰਕਾਰ ਦੇ ਪਹਿਲਾਂ 4 ਮੰਤਰੀਆਂ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੇਭਰੋਸਗੀ ਪ੍ਰਗਟ ਕਰਨ ਤੋਂ ਬਾਅਦ, ਖੁੱਲ੍ਹ-ਮੁਖੁੱਲੀ ਐਨ ਬਗਾਵਤ ਕਰਨ ਤੋਂ ਬਾਅਦ, ਹੁਣ ਅਮਰਗੜ੍ਹ ਤੋਂ ਕਾਂਗਰਸ ਦੇ ਵਿਧਾਇਕ ਨੇ ਸੁਰਜੀਤ ਧੀਮਾਨ। ਸੁਰਜੀਤ ਧੀਮਾਨ ਨੇ ਵੀ ਬਗਾਵਤੀ ਸੁਰਾਂ ਹੁਣ ਆਪਣੀਆਂ ਹੋਰ ਤਿੱਖੀਆਂ ਕਰ ਦਿੱਤੀਆਂ ਨੇ। ਸੁਰਜੀਤ ਸਿੰਘ ਧੀਮਾਨ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਾਡੀ ਪਾਰਟੀ ਲੜੂਗੀ ਤਾਂ ਉਹ ਕਹਿੰਦੇ ਮੈਂ ਚੋਣ ਨਹੀਂ ਲੜਦਾ। ਇਹੀ ਨਹੀਂ, ਉਹ ਕਹਿੰਦੇ ਅਗਲੀਆਂ ਵਿਧਾਨ ਸਭਾ ਚੋਣਾਂ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਲੜੀਆਂ ਜਾਣੀਆਂ ਚਾਹੀਦੀਆਂ ਨੇ ਤੇ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਵੀ ਬਣਾਉਣਾ ਚਾਹੀਦਾ। ਇਹ ਉਹਨਾਂ ਨੇ ਆਖਿਆ। ਇਹ ਵੀ ਮੈਂ ਇੱਥੇ ਦੱਸਦਾ ਕਿ ਇਸ ਤਰ੍ਹਾਂ ਸੁਰਜੀਤ ਸਿੰਘ ਧੀਮਾਨ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਨਹੀਂ ਬੋਲੇ। ਅਸਲ ਦੇ ਵਿੱਚ ਸੁਰਜੀਤ ਸਿੰਘ ਧੀਮਾਨ ਜਦੋਂ ਵੀ ਬੋਲਿਆ ਜਾਂ ਜਦੋਂ ਵੀ ਖੜੇ ਹੈ, ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਭੁਗਤਦੇ ਰਹੇ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਹੈ, ਪਰ 2022 ਵਿੱਚ ਉਹਨਾਂ ਦੀ ਅਗਵਾਈ ਵਿੱਚ ਚੋਣ ਨਹੀਂ ਲੜਨੀ ਚਾਹੀਦੀ। ਹਾਲਾਂਕਿ ਖੁੱਲ੍ਹ ਕੇ ਉਹਨਾਂ ਨੇ ਇਸ ਦਾ ਕਾਰਨ ਨਹੀਂ ਦੱਸਿਆ, ਪਰ ਉਹ ਇਹ ਕਹਿੰਦੇ ਮੇਰਾ ਇਹ ਨਿੱਜੀ ਫੈਸਲਾ ਹੈ। ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇ ਕਿ ਜਦੋਂ ਜੁਲਾਈ 2017 ਵਿੱਚ ਇੱਕ ਸਮਾਗਮ ਸੀ, ਉਸ ਦੌਰਾਨ ਉਹਨਾਂ ਨੇ ਇਹ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸੀ ਕਿ ਨਸ਼ੇ ਨੇ ਜਿਹੜੇ ਡਰੱਗਸ ਹੈ ਜਿਹਦੀ ਸਪਲਾਈ ਹਾਲੇ ਵੀ ਉਸੇ ਤਰ੍ਹਾਂ ਜਾਰੀ ਹੈ। ਉਹਨਾਂ ਨੇ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੀ ਸਰਕਾਰ ਭਾਵ ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ ਕਰਦੀ ਸੀ। ਇਹ ਉਹ ਸਮਾਂ ਸੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਇੱਕ ਸਿੱਟ ਦਾ ਗਠਨ ਕਰਕੇ ਹਰਪ੍ਰੀਤ ਸਿੰਘ ਸਿੱਧੂ ਨੂੰ ਉਹਦੀ ਕਮਾਨ ਸੌਂਪੀ ਸੀ। ਸੁਰਜੀਤ ਸਿੰਘ ਧੀਮਾਨ ਦੇ ਇਸ ਬਿਆਨ ਕਾਰਨ ਸਰਕਾਰ ਦੀ ਬਹੁਤ ਕਿਰਕਰੀ ਹੋਈ ਸੀ। ਧੀਮਾਨ ਪਹਿਲਾਂ ਪਿਛਲੇ ਮਹੀਨੇ ਵੀ ਪੰਜਾਬ ਦੇ ਜਿਹੜੇ 4 ਮੰਤਰੀ ਨੇ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਤੇ ਨਾਲ ਹੀ ਵਿਧਾਇਕ ਪ੍ਰਗਟ ਸਿੰਘ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੇਭਰੋਸਗੀ ਪ੍ਰਗਟਾਉਂਦੇ ਸਨ, ਉਹਨਾਂ ਨੇ ਉਸ ਵਕਤ ਵੀ ਹਾਈ ਕਮਾਂਡ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਵਕਾਲਤ ਕੀਤੀ ਸੀ, ਮੰਗ ਕੀਤੀ ਸੀ। ਹਾਲਾਂਕਿ ਹਾਈ ਕਮਾਂਡ ਨੇ ਮੰਤਰੀਆਂ ਦੀ ਮੰਗ ਨਹੀਂ ਸੀ ਮੰਨੀ। ਇਸ ਬਗਾਵਤ ਨੂੰ ਸ਼ਾਂਤ ਕਰਨ ਦੇ ਵਾਸਤੇ ਪਹਿਲਾਂ ਉਹਨਾਂ ਨੂੰ ਦੇਹਰਾਦੂਨ ਸੱਦ ਲਿਆ ਗਿਆ ਸੀ। ਫਿਰ ਪੰਜਾਬ ਦੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਪੰਜਾਬ ਚੱਕਰ ਲਾ ਕੇ ਗਏ ਸੀ, ਪਰ ਮੁੱਦਾ ਸ਼ਾਂਤ ਨਹੀਂ ਹੋਇਆ। ਆ ਹੁਣ ਸੁਰਜੀਤ ਸਿੰਘ ਧੀਮਾਨ ਆ ਗਏ। ਤੁਹਾਨੂੰ ਇਹ ਵੀ ਯਾਦ ਕਰਵਾ ਦਿਆਂ, ਕੁਝ ਮਹੀਨੇ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਇਹ ਕਾਂਗਰਸ ਦਾ ਕਾਟੋ ਕਲੇਸ਼ ਚੱਲ ਹੀ ਰਿਹਾ ਸੀ, ਸੁਰਜੀਤ ਸਿੰਘ ਧੀਮਾਨ ਹੋਰਾਂ ਨੇ ਉਸ ਵਕਤ ਵੀ ਆਖਿਆ ਸੀ ਕਿ ਇੰਜ ਕਰੋ, ਜਿਹੜੇ ਲਗਭਗ 84 ਤੋਂ ਲੈ ਕੇ ਜਾਂ 90 ਤੋਂ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪਿਛਲੇ 2-3 ਦਹਾਕਿਆਂ ਤੋਂ ਭਾਵੇਂ ਕੋਈ MP ਬਣਿਆ, ਭਾਵੇਂ ਕੋਈ MLA ਬਣਿਆ, ਪਾਰਟੀ ਕੋਈ ਵੀ ਆ ਕਿਸੇ ਦੀ, ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇ ਕਿ ਬਣੀਆਂ ਕਿਵੇਂ ਨੇ, ਕੀ ਆਮਦਨ ਉਹਨਾਂ ਦੀ ਇੰਨੀ ਸੀ, ਕਿਹੜਾ ਨਸ਼ਿਆਂ ਦੇ ਵਿੱਚ ਗਲਤਾਨ ਰਿਹਾ ਤੇ ਕਿਹਦਾ ਇਹਨਾਂ ਨੂੰ ਪੁਸ਼ਤ ਪਨਾਹੀ ਰਹੀ ਹੈ। ਉਹਨਾਂ ਨੇ ਇਹ ਆਖਿਆ ਸੀ ਕਿ ਇਹ ਜਾਂਚ ਪੜਤਾਲ ਭਾਵੇਂ ਸ਼ੁਰੂ ਮੇਰੇ ਤੋਂ ਕਰੋ, ਪਰ ਇਹ ਨਾ ਹੋਵੇ ਕਿ ਸ਼ੁਰੂ ਮੇਰੇ ਤੋਂ ਕਰ ਲਈ ਤੇ ਖਤਮ ਵੀ ਮੇਰੇ ਤੇ ਹੋਵੇ। ਉਸ ਵਕਤ ਵੀ ਕੈਪਟਨ ਅਮਰਿੰਦਰ ਸਿੰਘ ਦੀ ਕਿਰਕਰੀ ਹੋਈ ਸੀ। ਹੁਣ ਆ ਜਿਹੜੀ ਬਗਾਵਤ ਸੂਬੇ ਵਿੱਚ ਚੱਲ ਰਹੀ ਹੈ ਕਿ ਕੈਪਟਨ ਦੀ ਅਗਵਾਈ 'ਚ ਚੋਣ ਨਹੀਂ ਲੜਨੀ, ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ, ਤੇ ਨਾਲ ਉਹਨਾਂ ਨੇ ਇਹ ਆਖਿਆ ਕਿ ਅਸੀਂ ਪਾਰਟੀ ਪ੍ਰਧਾਨ ਦੇ ਨਾਲ ਖੜੇ ਹਾਂ। ਭਾਵੇਂ ਨਾਲ ਉਹਨਾਂ ਨੇ ਇਹ ਆਖ ਦਿੱਤਾ ਕਿ ਇਹ ਮੇਰੇ ਵਿਚਾਰ ਨਿੱਜੀ ਨੇ,
ਇਹਦੇ ਨਾਲ ਇਸ ਬਗਾਵਤ ਨੂੰ ਦੁਬਾਰਾ ਫਿਰ ਹਵਾ ਮਿਲੂ। ਇਹਦੇ ਨਾਲ ਮੈਂ ਹੋਰ ਵੀ ਤੁਹਾਨੂੰ ਚੇਤਾ ਕਰਵਾ ਦਿਆਂ, ਜਦੋਂ ਪੰਜਾਬ ਕਾਂਗਰਸ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਦੇ ਹੱਥਾਂ ਵਿੱਚ ਸੀ, ਉਦੋਂ ਸੁਰਜੀਤ ਸਿੰਘ ਧਮਾਨ ਨੇ ਕਿਹਾ ਸੀ ਕਿ ਜੇ ਬਾਜਵਾ ਦੀ ਅਗਵਾਈ ਵਿੱਚ 2017 ਵਿੱਚ ਚੋਣਾਂ ਲੜੀਆਂ ਗਈਆਂ ਤਾਂ ਉਹ ਚੋਣ ਨਹੀਂ ਲੜਨਗੇ। ਫਿਰ 2017 'ਚ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀ, ਇਹਨਾਂ ਨੇ ਵੀ ਜਿੱਤੀ ਅਤੇ ਕਾਂਗਰਸ ਪਾਰਟੀ ਨੇ ਵੀ ਜਿੱਤ ਦਰਜ ਕੀਤੀ ਸੀ। ਇਕੱਲੇ ਸੁਰਜੀਤ ਧੀਮਾਨ ਜਾਂ ਹੋਰ ਬਾਗੀ ਮੰਤਰੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਕਸੂਤਾ ਨਿਤ ਪ੍ਰਤੀ ਦਿਨ ਕੀਤਾ ਜਾ ਰਿਹਾ, ਫਸਾਇਆ ਜਾ ਰਿਹਾ, ਉਹਦੀ ਢਿੰਬਰੀ ਟਾਈਟ ਕੀਤੀ ਜਾ ਰਹੀ ਹੈ। ਕਾਂਗਰਸ ਦਾ ਇਹ ਕਲੇਸ਼ ਮੈਨੂੰ ਲੱਗਦਾ ਨਹੀਂ ਕਿ ਚੋਣਾਂ ਤੱਕ ਰੁਕੂ, ਹੋ ਸਕਦਾ ਹੈ ਹਨੇਰੀ ਬਣ ਜਾਏ। ਹੁਣ ਕੋਈ ਨਾ ਕੋਈ ਹਮਲਾਵਰ ਰੁਖ ਅਖਤਿਆਰ ਕਰਦਾ ਹੈ। ਉਹਨਾਂ ਵਿੱਚੋਂ ਇੱਕ ਨਾਮ ਹਮੇਸ਼ਾ ਹੁੰਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜਾ ਹੁੰਦਾ ਜਾਂ ਬੋਲਦਾ, ਉਹ ਹਨ ਕਾਂਗਰਸ ਦੇ ਰਾਜ ਸਭਾ ਮੈਂਬਰ ਨੇ ਸ਼ਮਸ਼ੇਰ ਸਿੰਘ ਦੂਲੋ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਜੇਕਰ ਕਾਂਗਰਸ ਨੂੰ ਸਾਲ 2022 ਵਿੱਚ ਦੁਬਾਰਾ ਸੱਤਾ ਵਿੱਚ ਲਿਆਉਣਾ ਹੈ ਤਾਂ ਕੈਬਨਿਟ ਦੇ ਵਿੱਚ ਜਿਹੜੇ ਸਮਗਲਰ ਬੈਠੇ ਆ, ਮਾਫੀਆ ਬੈਠਾ ਹੈ, ਮੁੱਖ ਮੰਤਰੀ ਉਹਨਾਂ ਦੇ ਚਿਹਰੇ ਨੰਗੇ ਕਰੇ। ਹਾਲਾਂਕਿ ਸ਼ਮਸ਼ੇਰ ਸਿੰਘ ਦੂਲੋ ਨੂੰ ਜੇਕਰ ਪਤਾ ਤਾਂ ਦੱਸ ਦੇਣਾ ਚਾਹੀਦਾ ਸੀ ਕਿ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਮਾਫੀਆ ਬੈਠਾ ਹੈ, ਕਿਹੜੇ ਕਿਹੜੇ ਸਮਗਲਰ ਬੈਠੇ ਆ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕਸੂਤਾ ਫਸਾ ਦਿੱਤਾ। ਸ਼ਮਸ਼ੇਰ ਸਿੰਘ ਦੂਲੋ ਨੇ ਜੇ ਇਹ ਸਵਾਲ ਕੀਤਾ ਹੈ ਤਾਂ ਕੱਲ ਨੂੰ ਲੋਕ ਪੁੱਛਣਗੇ ਕਿ ਤੁਹਾਡਾ ਰਾਜ ਸਭਾ ਮੈਂਬਰ ਆਖ ਰਿਹਾ ਕਿ ਤੁਹਾਡੀ ਕੈਬਨਿਟ 'ਚ ਮਾਫੀਆ ਬੈਠਾ ਹੈ, ਤੁਹਾਡੀ ਕੈਬਨਿਟ ਦੇ ਵਿੱਚ ਸਮਗਲਰ ਬੈਠੇ ਆ, ਕਿ ਉਹਨਾਂ ਦੇ ਚਿਹਰੇ ਨੰਗੇ ਕਰੋ। ਉਹਨਾਂ ਇੱਥੇ ਹੀ ਨਹੀਂ ਸਟਾਪ ਲਾਇਆ, ਉਹਨਾਂ ਦੋਸ਼ ਲਾਇਆ ਕਿ ਪੰਜਾਬ ਦੇ ਵਿੱਚ ਮਾਫੀਆ ਤੇ ਅੱਤਵਾਦੀ ਐਮਐਲਏ ਬਣੇ ਹੋਏ ਆ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 126 ਲੋਕਾਂ ਦੀ ਮੌਤ ਹੋਈ। ਨਾਲ ਉਹ ਦੱਸਦੇ ਆ, ਕਹਿੰਦੇ ਇਹਨਾਂ ਚੋਂ 114 ਦਲਿਤ ਭਾਈਚਾਰੇ ਨਾਲ ਸੰਬੰਧਿਤ ਸੀ। ਸਰਕਾਰ ਕਹਿੰਦੇ ਜਾਗੀ ਹੋਈ ਨਹੀਂ, ਕਿਸੇ ਡਿਸਟਿਲਰੀ ਮਾਲਕ ਦੇ ਖਿਲਾਫ, ਕਿਸੇ ਤਕੜੇ ਵਿਅਕਤੀ ਦੇ ਖਿਲਾਫ ਕੋਈ ਮਾਮਲਾ ਦਰਜ ਹੀ ਨਹੀਂ ਕੀਤਾ। ਉਹ ਕਹਿੰਦੇ 2-2 ਏਕੜ ਦੇ ਵਿੱਚ ਫੈਲੀਆਂ ਹੋਈਆਂ ਨੇ ਡਿਸਟਿਲਰੀਆਂ, ਉਹ ਫੜੀਆਂ ਵੀ ਗਈਆਂ। ਉਹਨਾਂ ਵਿੱਚ ਕੱਚਾ ਮਾਲ ਕਿੱਥੋਂ ਆ ਰਿਹਾ ਸੀ, ਦੱਸਿਆ ਹੀ ਨਹੀਂ। ਉਹਦੇ ਵਿੱਚ ਕਰੋੜਾਂ ਰੁਪਏ ਕਿਹਨਾਂ ਦੇ ਲੱਗੇ ਹੋਏ ਸੀ, ਦੱਸਿਆ ਹੀ ਨਹੀਂ। ਇਹਦੀ ਪੜਤਾਲ ਕਹਿੰਦੇ ਕੌਣ ਕਰੂ? ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਸੀ ਕਿ ਇਹ ਕਤਲ ਨੇ, ਤਾਂ ਫਿਰ ਡਿਸਟਿਲਰੀ ਮਾਲਕਾਂ ਦੇ ਖਿਲਾਫ ਕਹਿੰਦੇ ਕਾਰਵਾਈ ਕਿਉਂ ਨਹੀਂ ਕੀਤੀ, ਕਤਲ ਦੇ ਮੁਕੱਦਮੇ ਕਿਉਂ ਨਹੀਂ ਦਰਜ ਕੀਤੇ? ਉਹ ਕਹਿੰਦੇ ਪੰਜਾਬ ਪੁਲਿਸ ਵੀ ਉਹਨਾਂ ਦਾ ਸਿਰਫ ਹਥਿਆਰ ਤੇ ਹੱਥ ਠੋਕਾ ਬਣੀ ਹੋਈ ਹੈ। ਪੰਜਾਬ ਦੇ ਪੁਲਿਸ ਮੁਖੀ ਨੂੰ ਕਹਿੰਦੇ ਕੀ ਨਹੀਂ ਪਤਾ? ਜੇ ਸਭ ਕੁਝ ਪਤਾ ਹੈ ਤਾਂ ਉਹਨਾਂ ਨੂੰ ਫੜਦੀ ਕਿਉਂ ਨਹੀਂ? ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ਼ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਜ਼ਿੰਮੇਵਾਰ ਡਿਸਟਿਲਰੀ ਮਾਲਕਾਂ ਦੇ ਖਿਲਾਫ ਮੁਕੱਦਮੇ ਪਰਚੇ ਦਰਜ ਨਾ ਕੀਤੇ ਗਏ ਤਾਂ ਉਹ 15 ਦਿਨਾਂ ਦੇ ਅੰਦਰ ਅੰਦਰ ਕੈਪਟਨ ਦੀ ਕੋਠੀ ਦੇ ਅੱਗੇ ਧਰਨਾ ਦੇਣਗੇ। ਹੁਣ ਤੁਸੀਂ ਆਪ ਹਿਸਾਬ ਲਾਓ, ਸਰਕਾਰ ਵੀ ਆਪਣੀ, ਸੁਰਜੀਤ ਧੀਮਾਨ ਵੀ ਉਸੇ ਪਾਰਟੀ ਦੇ, ਉਹ ਵਿਧਾਇਕ ਨੇ ਤੇ ਇਹ ਰਾਜ ਸਭਾ ਮੈਂਬਰ ਨੇ, ਤੇ ਆਪਣੀਆਂ ਪਾਰਟੀ ਆਪਣੇ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ। ਜਿਹੜੇ ਕੰਮ ਵਿਰੋਧੀਆਂ ਨੂੰ ਚੁੱਕਣੇ ਚਾਹੀਦੇ ਸੀ ਸ਼ਾਇਦ ਉਹ ਚੁੱਕ ਨਹੀਂ ਰਹੇ, ਇਸ ਕਰਕੇ ਆਪਣੀ ਪਾਰਟੀ ਦੇ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰ ਰਹੇ ਨੇ। ਇਹ ਸਵਾਲ ਚੋਣਾਂ ਨੇੜੇ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਡਾਢਾ ਤੰਗ ਕਰਨਗੇ ਤੇ ਵਿਰੋਧੀ ਵੀ ਪੁੱਛਣਗੇ ਕਿ ਚਲੋ ਸਾਨੂੰ, ਜੇ ਅਸੀਂ ਆਖੀਏ ਲੋਕ ਕਹਿਣਗੇ ਤਾਂ ਵਿਰੋਧੀ ਨੇ ਜਾਣ ਬੁੱਝ ਕੇ ਇਹ ਚਿੱਕੜ ਉਛਾਲ ਰਹੇ ਆ। ਪਰ ਹੁਣ ਜਵਾਬ ਦਿਓ, ਮੋਤੀਆਂ ਵਾਲੀ ਸਰਕਾਰ, ਤੁਹਾਡਾ ਆਪਣਾ ਵਿਧਾਇਕ, ਤੁਹਾਡਾ ਆਪਣਾ ਸੰਸਦ ਮੈਂਬਰ ਤੁਹਾਨੂੰ ਸਵਾਲ ਪੁੱਛ ਰਿਹਾ, ਜਵਾਬ ਦੇ ਦਿਓ। ਕੇਂਦਰ ਸਰਕਾਰ ਕਹਿੰਦੇ ਇੱਕ ਹੋਰ ਤੋਹਫਾ ਦੇਣ ਦੀ ਤਿਆਰੀ 'ਚ ਹੈ। ਮਹਿੰਗਾਈ ਨੇ ਦਰਅਸਲ ਲੋਕਾਂ ਦਾ ਪਹਿਲਾਂ ਹੀ ਲੱਕ ਤੋੜਿਆ ਪਿਆ। ਪੈਟਰੋਲ ਦੇਖ ਲਓ, ਡੀਜ਼ਲ ਦੇਖ ਲਓ, ਜਿਹੜੀਆਂ ਰਸੋਈ ਗੈਸ ਦੀਆਂ ਕੀਮਤਾਂ ਦੇਖ ਲਓ, ਅਥਾਹ ਵਾਧਾ, ਅਤੇ ਇਹ ਵਾਧਾ ਕਿਤੇ ਰੁਕਣ ਦਾ ਨਾਮ ਵੀ ਨਹੀਂ ਲੈ ਰਿਹਾ। ਲੋਕਾਂ ਨੂੰ ਗੁਜ਼ਰ ਬਸਰ ਬੜੀ ਔਖੀ ਹੋ ਰਹੀ ਹੈ, ਮੁਸ਼ਕਲਾਂ ਵਿੱਚੋਂ ਲੰਘ ਰਹੇ ਹੈ। ਹੁਣ ਜੇ ਕੋਈ ਵਿਅਕਤੀ 200-300 ਰੁਪਏ ਦਿਹਾੜੀ ਦਾ ਕਮਾ ਕੇ ਲਿਆਉਂਦਾ ਹੈ, ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ ਕਿਹੜੇ ਸਕੂਲ ਵਿੱਚ ਆਪਣੇ ਬੱਚੇ ਜਾਂ ਬੱਚੀ ਨੂੰ ਭੇਜ ਸਕਦਾ ਹੈ, ਕਿੱਥੋਂ ਪੌਸ਼ਟਿਕ ਆਹਾਰ ਲੈ ਕੇ ਦੇ ਸਕਦਾ ਹੈ, ਕਿਹੜਾ ਚੰਗਾ ਭੋਜਨ ਪਦਾਰਥ ਲੈ ਸਕਦਾ। ਉਹ ਤਾਂ ਰੋਟੀ, ਲੂਣ, ਤੇਲ, ਲੱਕੜੀਆਂ ਦਾ ਫਿਕਰ ਰਹਿੰਦਾ। ਪਰ ਹੁਣ ਖਬਰ ਮਿਲ ਰਹੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਇੱਕ ਹੋਰ ਤੋਹਫਾ ਦੇਊਗੀ। ਵਿਆਹਾਂ ਦੇ ਉੱਤੇ GST ਲੱਗੂਗੀ ਬਈ। ਜਾਣਕਾਰੀ ਮਿਲੀ ਹੈ ਕਿ ਜੇਕਰ 5 ਲੱਖ ਰੁਪਏ ਵਿਆਹ ਦਾ ਬਜਟ ਹੈ ਤੇ ਸਰਕਾਰ ਨੂੰ 96,000 ਰੁਪਏ ਬਤੌਰ GST ਵਜੋਂ ਹੁਣ ਦੇਣੇ ਪਿਆ ਕਰਨਗੇ। ਨਵੰਬਰ ਮਹੀਨਾ ਚੜ੍ਹਨ ਵਾਲਾ ਹੈ, ਅਕਤੂਬਰ ਮਹੀਨਾ ਵਿਚਕਾਰ ਹੈ। ਨਵੰਬਰ ਮਹੀਨੇ ਤੋਂ ਵਿਆਹਾਂ ਦਾ ਜਿਹੜਾ ਸੀਜ਼ਨ ਹੈ ਨਾ ਸ਼ੁਰੂ ਹੋ ਜਾਂਦਾ ਹੈ। ਹੁਣ ਵਿਆਹਾਂ ਦੀ ਬੁਕਿੰਗਾਂ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਮੈਰਿਜ ਪੈਲਸ ਵਾਲੇ ਨੇ ਜਿਹੜੇ, ਹਲਵਾਈ ਨੇ ਜਿਹੜੇ,
ਹੁਣ ਜਦੋਂ ਐਸਟੀਮੇਟ ਲਾ ਕੇ ਲੋਕਾਂ ਨੂੰ ਦੇ ਰਹੇ ਨੇ, ਉਹ ਨਾਲ ਕਹਿੰਦੇ ਭਾਈ GST ਜਮ੍ਹਾਂ ਕਰਵਾਓ। ਉਹ ਕਹਿੰਦੇ ਅਸੀਂ ਨਹੀਂ, ਕੇਂਦਰ ਸਰਕਾਰ ਇਸ ਗੱਲ ਦੀ ਹੁਣ ਮੰਗ ਕਰ ਰਹੀ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ GST ਇੱਕ ਹੋਰ ਤਰ੍ਹਾਂ ਦਾ ਤੁਹਾਡੇ ਕੋਲੋਂ ਟੈਕਸ ਵਸੂਲੂਗੀ। ਤਿਆਰ ਰਹੋ, ਇੱਕ ਨਵਾਂ ਤੋਹਫਾ ਆ ਰਿਹਾ ਹੈ। ਪਰ ਵੇਖਾਂਗੇ ਕਿ ਕਿੰਨੀ ਕੁ ਮਾਰ ਝੱਲਦੇ ਹੋ। ਸ਼ਾਇਦ ਹੁਣ ਮੈਂ ਕਹਾਣੀ ਤਾਂ ਲੰਬੀ ਆ, ਸੁਣਾਉਣੀ ਨਹੀਂ, ਕਿ ਇੱਕ ਰਾਜੇ ਨੇ ਪੁਲ ਦੇ ਉੱਤੋਂ ਲੰਘਣ ਵਾਲੇ ਨੂੰ ਜੁੱਤੀਆਂ ਦਾ ਵੀ ਪ੍ਰਬੰਧ ਕੀਤਾ ਸੀ ਤੇ ਨਾਲ ਗੰਢੇ ਵੀ ਖਵਾਉਣ ਦਾ ਪ੍ਰਬੰਧ ਕੀਤਾ ਸੀ। ਹੁਣ ਲੋਕ ਗੰਢੇ ਵੀ ਖਾਈ ਗਏ ਤੇ ਲੋਕ ਜੁੱਤੀਆਂ ਵੀ ਖਾਈ ਗਏ। ਬਾਅਦ ਦੇ ਵਿੱਚ ਕਿਸੇ ਨੇ ਇਤਰਾਜ਼ ਹੀ ਨਹੀਂ ਕੀਤਾ। ਇੱਕ ਦਿਨ ਇੱਕ ਬੰਦੇ ਨੇ ਹੱਥ ਖੜਾ ਕੀਤਾ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਆਹ ਕੋਈ ਮਰਦ ਉੱਠ ਖੜਿਆ, ਪਰ ਉਹਨੇ ਵੀ ਇਹੀ ਕਿਹਾ ਸੀ ਕਿ ਥੋੜਾ ਜਿਹਾ ਸਮਾਂ ਜ਼ਿਆਦਾ ਲੱਗ ਜਾਂਦਾ ਜੀ, ਜੁੱਤੀਆਂ ਮਾਰਨ ਵਾਲੇ ਵਧਾ ਦਿਓ। ਕਹਾਣੀ ਤੁਸੀਂ ਪਹਿਲਾਂ ਸੁਣੀ ਹੋਣੀ ਹੈ, ਮੈਂ ਬਹੁਤੀ ਲੰਬੀ ਸੁਣਾਉਣੀ ਨਹੀਂ। ਸੋ ਹੁਣ ਇਹ ਫੈਸਲਾ ਤੁਹਾਡਾ ਹੈ ਕਿ ਸਰਕਾਰ ਤੁਹਾਡੇ ਹੱਕ ਵਿੱਚ ਫੈਸਲੇ ਕਰ ਰਹੀ ਹੈ ਜਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਫੈਸਲੇ ਕਰ ਰਹੀ ਹੈ। ਦੋਸਤੋ, ਜੇਕਰ ਸੱਚਮੁੱਚ ਆਪਣਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰਨ ਤੋਂ ਗੁਰੇਜ਼ ਨਾ ਕਰਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।